वो तन्हा कौन है, अल्लाहू अल्लाह। बादशाह वो कौन है, अल्लाहू अल्लाह। मेहरबा वो कौन है, अल्लाहू अल्लाह। क्या ऊंची शान है, अल्लाहू अल्लाह। बिस्मिल्लाहिर्रहमानिर्रहीम। ਲੱਖਾਂ ਤੇ ਕਰੋੜਾਂ ਦਰੂਦ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੇ ਲੱਖਾਂ ਸਲਾਮ ਉਹਨਾਂ ਦੀ ਆਲ ਤੇ ਮੇਰੇ ਸਜਣੋ ਬੇਲੀਓ ਮਿੱਤਰੋ, ਅਸਲਾਮ ਅਲੈਕੁਮ। ਮੈਂ ਤੁਹਾਡਾ ਆਪਣਾ ਰਾਣਾ ਸ਼ੇਰੀ ਤੁਹਾਨੂੰ ਆਪਣੇ ਚੈਨਲ ਰਾਣਾ ਸ਼ੇਰੀ ਮਾੜ ਵਿਲਾਗ ਤੇ ਖੁਸ਼ ਆਮਦੀਦ ਕਹਿੰਦਾ ਵਾਂ ਜੀ ਮੇਰੇ ਮਿੱਤਰੋ। ਅੱਜ ਮੈਂ ਖੜਾ ਵਾਂ ਦਾਰੁਲ ਅਹਿਸਾਨ ਸਲਾਰ ਵਾਲਾ। ਇਹ ਜਿਹੜਾ ਦਾਰੁਲ ਅਹਿਸਾਨ ਹੈ ਇਹਦੀ ਵਜ੍ਹਾ ਸ਼ੋਹਰਤ ਜਿਹੜੀ ਆ ਉਹ ਅਬੁਲ ਅੰਸ ਸੂਫੀ ਮੁਹੰਮਦ ਬਰਕਤ ਅਲੀ ਲੁਧਿਆਣਵੀ ਸਾਹਿਬ ਦੀ ਨਿਸਬਤ ਨਾਲ ਆ ਕਿ ਲੋਕ ਇਹਨੂੰ ਜਾਣਦੇ ਤੇ ਪਹਿਚਾਣਦੇ ਨੇ। ਇੱਥੇ ਮਾਸ਼ਾਅੱਲਾ ਇੱਕ ਮਸਜਿਦ ਬੜੀ ਖੂਬਸੂਰਤ ਆ ਤੇ ਉਸ ਤੋਂ ਇਲਾਵਾ ਕੁਰਾਨ ਮਹਿਲ ਬਣਾਇਆ ਗਿਆ ਵਾ ਤੇ ਇੱਕ ਮੀਨਾਰ ਵੀ ਬਣਾਇਆ ਗਿਆ ਵਾ। ਉਹਦੀ ਬਾਰੇ 'ਚ ਵੀ ਹਿਸਟਰੀ ਤੁਹਾਨੂੰ ਮੈਂ ਦੱਸਾਂਗਾ ਤੇ ਮਜ਼ਾਰ ਦੇ ਵਿੱਚ ਕੌਣ ਦਫਨ ਨੇ ਉਸ ਬਾਰੇ 'ਚ ਵੀ ਮੈਂ ਤੁਹਾਨੂੰ ਦੱਸਾਂਗਾ। ਹਸਪੀਟਲ ਆ ਜਿੱਥੇ ਅੱਖਾਂ ਦਾ ਫ੍ਰੀ ਆਈ ਕੈਂਪ ਲੱਗਦਾ ਵਾ ਹਰ ਸਾਲ। ਤੇ ਜਿਹੜੀ ਮੈਂ ਹਿਸਟਰੀ ਵਗੈਰਾ ਤੁਹਾਨੂੰ ਦੱਸਣ ਲੱਗਾ ਵਾਂ ਇਹ ਮੈਂ ਕੁਛ ਰਿਸਰਚ ਕੀਤੀ ਹੈ ਤੇ ਕੁਛ ਉਹਨਾਂ ਦੇ ਪੋਤੇ ਨੇ ਮੀਆਂ ਮੁਹੰਮਦ ਮਕਸੂਦ ਸਾਹਿਬ, ਉਹਨਾਂ ਦਾ ਇੱਕ ਪ੍ਰੋਗਰਾਮ ਸੀ ਮੈਂ ਉਹ ਦੇਖਿਆ ਵਾ। ਉਹਦੇ ਵਿੱਚੋਂ ਕੁਛ ਉਹਨਾਂ ਦੀ ਹਿਸਟਰੀ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਕੁਛ ਪੜ੍ਹੀ ਹੈ ਤੇ ਇਸ ਲਈ ਇਹਦੇ ਵਿੱਚ ਮੈਂ ਆਪਣੀ ਤਰਫੋਂ ਕੋਈ ਚੀਜ਼ ਐਡ ਨਹੀਂ ਕਰਨੀ ਹੈਗੀ, ਨਾ ਮੈਂ ਕਰਦਾ। ਤੇ ਇਨਸ਼ਾ ਅੱਲਾਹ ਤਾਲਾ ਆ ਜਾਓ, ਤੁਹਾਨੂੰ ਨਾਲੇ ਦਰਬਾਰ ਵੀ ਦਿਖਾਉਂਦੇ ਆ ਤੇ ਨਾਲੇ ਹਿਸਟਰੀ ਦੇ ਬਾਰੇ 'ਚ ਵੀ ਦੱਸਦੇ ਆ। उसकी सब निशान है, अल्लाहू अल्लाह। सब दिलों की जान है, अल्लाहू अल्लाह अल्लाह। हस्बी रब्बी जल्लल्लाह, अल्लाहू अल्लाह। ਜੀ ਮੇਰੇ ਮਿੱਤਰੋ, ਸੂਫੀ ਬਰਕਤ ਅਲੀ ਲੁਧਿਆਣਵੀ ਸਾਹਿਬ 27 ਅਪ੍ਰੈਲ 1911 ਦੇ ਵਿੱਚ ਲੁਧਿਆਣਾ ਭਾਰਤ ਵਿੱਚ ਪੈਦਾ ਹੋਏ। ਆਪ ਦੇ ਵਾਲਦ ਦਾ ਨਾਮ ਮੀਆਂ ਨਗਾਹੀ ਬਖਸ਼ ਸੀ ਤੇ ਆਪ ਤੇ ਵਾਲਦ ਉਸ ਟਾਈਮ ਦੀ ਜਿਹੜੀ ਫੌਜ ਆ ਬ੍ਰਿਟਿਸ਼ ਫੌਜ ਉਸ ਟਾਈਮ ਸੀ ਉਹਦੇ ਵਿੱਚ ਉਹ ਮੁਲਾਜ਼ਮ ਸਨ। ਤੇ ਜਦੋਂ ਸੂਫੀ ਸਾਹਿਬ ਜਵਾਨ ਹੋਏ ਤੇ ਉਹ ਵੀ ਉਹਨਾਂ ਦੇ ਵਾਲਦ ਦੇ ਕਹਿਣ ਦੇ ਉੱਤੇ ਬ੍ਰਿਟਿਸ਼ ਫੌਜ ਜਿਹੜੀ ਸੀ ਉਹਦੇ ਵਿੱਚ ਉਹਨਾਂ ਨੇ ਵੀ ਮੁਲਾਜ਼ਮਤ ਅਖਤਿਆਰ ਕਰ ਲਈ। 19 ਅਪ੍ਰੈਲ 1930 ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਅਖਤਿਆਰ ਕੀਤੀ ਤੇ ਜਦੋਂ ਆਪ ਫੌਜੀ ਮੁਲਾਜ਼ਮਤ ਵਿੱਚ ਆਪਣੀ ਜ਼ਿੰਮੇਦਾਰੀਆਂ ਤੋਂ ਆਪਣਾ ਫਰਜ਼ ਜਿਹੜੇ ਸਰੰਜਾਮ ਦੇਣ ਤੋਂ ਬਾਅਦ ਫਾਰਗ ਹੁੰਦੇ ਤੇ ਅਕਸਰ ਵ ਬੇਸ਼ਤਰ ਕਲੀਆ ਸ਼ਰੀਫ ਵਿੱਚ ਅਲਾਹੁਦੀਨ ਅਲੀ ਅਹਿਮਦ ਸਾਬਰੀ ਦੇ ਮਜ਼ਾਰ ਦੇ ਉੱਤੇ ਹਾਜ਼ਰੀ ਦਿੰਦੇ ਸਨ ਤੇ ਉੱਥੇ ਜਿਹੜੇ ਮੁਜਾਹਿਦੀਨ ਸਨ ਉਹਨਾਂ ਨਾਲ ਸਾਰੀ ਰਾਤ ਗੁਜ਼ਾਰਦੇ ਸਨ। ਜਦ ਆਪ ਦੇ ਸੀਨੇ ਵਿੱਚ ਸਾਬਰੀ ਮੇਹ ਤੋਂ ਲਬਰੇਜ਼ ਹੁੰਦੇ ਰਹੇ ਤੇ ਆਪ ਦੀ ਹਾਲਤ ਰੋਜ਼ ਬਾ ਰੋਜ਼ ਬਦਲਦੀ ਗਈ। ਬਿਲ ਆਖਰ ਆਪ ਨੇ 22 ਜੂਨ 1945 ਦੇ ਵਿੱਚ ਫੌਜੀ ਜਿਹੜੀ ਆਪਣੀ ਮੁਲਾਜ਼ਮਤ ਸੀ ਉਹਦੇ ਤੋਂ ਅਸਤੀਫਾ ਦੇ ਦਿੱਤਾ ਤੇ ਆਪ ਨੇ ਇਹ ਜਿਹੜੀ ਹਿਸਟਰੀ ਸੀ ਇਹਨਾਂ ਦੀ ਫੌਜੀ ਮੁਲਾਜ਼ਮਤ ਦੀ ਸੀ ਕਿ ਬ੍ਰਿਟਿਸ਼ ਦੇ ਵਿੱਚ ਜਦੋਂ ਗਏ ਤੇ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਸਨ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਆਉਂਦੀ ਸੀ ਕਿ ਆਪ ਨੇ ਕਿਉਂ ਫੌਜ ਦੀ ਨੌਕਰੀ ਕੀਤੀ ਤੇ ਉਹਦੇ ਵਿੱਚ ਕੀ ਹਿਸਟਰੀ ਹੈ, ਇਸ ਬਾਰੇ 'ਚ ਮੈਂ ਦੱਸਿਆ ਵਾ ਜੀ। ਜੀ ਆ ਜਿਹੜਾ ਵਾ ਇਹ ਆ ਮਜ਼ਾਰ ਬਣਿਆ ਵਾ। ਇਸ ਮਜ਼ਾਰ ਦੇ ਵਿੱਚ ਆਪ ਦੀ ਜਿਹੜੀ ਜ਼ੋਜਾ ਮੁਹਤਰਮਾ ਨੇ ਉਹਨਾਂ ਦੇ ਤੇ ਬੇਟੇ ਜਿਹੜੇ ਨੇ ਉਹਨਾਂ ਦੇ ਜਸਦੇ ਖਾਕੀ ਨੇ ਉਹ ਦਫਨ ਨੇ ਤੇ ਇਹ ਉਹਨਾਂ ਦੇ ਦਰਬਾਰ ਨੇ ਤੇ ਉਹਦੇ ਉੱਤੇ ਨਾਮ ਵੀ ਲਿਖਿਆ ਗਿਆ ਵਾ, ਸ਼ਜਰਾ ਵਗੈਰਾ ਸਭ ਚੀਜ਼ ਲਿਖੀ ਗਈ ਆ ਤੇ ਮਾਸ਼ਾਅੱਲਾ ਬੜਾ ਖੂਬਸੂਰਤ ਆ। ਜੀ ਦੁਬਾਰਾ ਹਿਸਟਰੀ ਵੱਲ ਆਉਂਦੇ ਆ। ਕਿਆਮੇ ਪਾਕਿਸਤਾਨ ਤੋਂ ਬਾਅਦ ਆਪ ਨੇ ਕੁਝ ਅਰਸਾ ਗੁਜਰਾਤ ਵਿੱਚ ਗੁਜ਼ਾਰਿਆ ਤੇ ਫਿਰ ਉਹਦੇ ਬਾਅਦ ਆਪ ਹਾਫਜ਼ਾਬਾਦ ਦੇ ਲਾਗੇ ਇੱਕ ਕਸਬਾ ਵਾ ਸੁੱਖੇ ਕੀ, ਉਹਦੇ ਵਿੱਚ ਆ ਕੇ ਤਕਰੀਬਨ ਆਪ ਨੇ 1 ਸਾਲ ਉੱਥੇ ਮੁਕੀਮ ਰਹੇ ਤੇ ਉਸ ਮੁਕਾਮ ਦੇ ਉੱਤੇ ਵੀ ਇੱਕ ਮਰਕਜ਼ ਆ, ਉਹ ਵੀ ਇਨਸ਼ਾ ਅੱਲਾਹ ਤੁਹਾਨੂੰ ਮੈਂ ਦਿਖਾਵਾਂਗਾ ਆਪਣੇ AC ਚੈਨਲ ਦੇ ਉੱਤੇ। ਉੱਥੋਂ ਫਿਰ ਆਪ ਹਿਜਰਤ ਕਰਕੇ ਇੱਥੇ ਸਲਾਰ ਵਾਲੇ ਆ ਗਏ, ਜਿਹੜਾ ਹੁਣ ਮੌਜੂਦਾ ਜਿਹੜਾ ਦਾਰੁਲ ਅਹਿਸਾਨ ਆ। ਇੱਥੇ ਆ ਕੇ ਇਹਨਾਂ ਤਬਲੀਗ ਤੇ ਰਫਾਈ ਸਰਗਰਮੀਆਂ ਦਾ ਇਹਨੂੰ ਮਰਕਜ਼ ਬਣਾ ਲਿਆ ਤੇ ਇਹ ਬਹੁਤ ਜਲਦ ਇਨਸ਼ਾ ਅੱਲਾਹ ਤਾਲਾ ਇਹ ਦਾਰੁਲ ਅਹਿਸਾਨ ਇਸਲਾਮ ਦਾ ਬੜਾ ਵੱਡਾ ਇੱਕ ਮਰਕਜ਼ ਹੋਏਗਾ। ਤੇ ਇੱਥੇ ਆਪ ਨੇ ਇੱਕ ਖੂਬਸੂਰਤ ਮਸਜਿਦ ਬਣਾਈ, 2 ਛੋਟੀਆਂ ਮਸੀਤਾਂ ਬਣਾਈਆਂ, ਇੱਕ ਦੀਨੀ ਦਰਸਗਾਹ ਬਣਾਈ, ਕੁਰਾਨ ਮਹਿਲ ਬਣਾਇਆ, ਇੱਕ ਮਨਾਰ ਜਿਹਦੇ 'ਤੇ ਸਹਾਬਾ
ਗਜ਼ਵਾ ਬਦਰ ਦੇ ਨਾਮ ਲਿਖੇ ਗਏ ਨੇ 313 ਦੇ। ਅਤੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਹੌਸਪੀਟਲ ਬਣਾਇਆ, ਜੋ ਵੀ ਤੁਹਾਨੂੰ ਮੈਂ ਦਿਖਾਉਂਦਾ ਵਾਂ। ਅਤੇ ਇਹ ਜਿਹੜਾ ਮਨਾਰ ਆ ਉਹ ਵੀ ਤੁਹਾਨੂੰ ਮੈਂ ਦਿਖਾਉਂਦਾ। ਅਤੇ ਇਹ ਖੂਬਸੂਰਤ ਜਿਹੜੀ ਮਸਜਿਦ ਆ ਉਹਦਾ ਤੁਸੀਂ ਨਜ਼ਾਰਾ ਕਰੋ। ਕੁਰਾਨ ਮਹਿਲ ਮੈਂ ਨਹੀਂ ਦਿਖਾ ਸਕਿਆ, ਉਹ ਇਨਸ਼ਾਅੱਲਾ ਤੁਹਾਨੂੰ ਫਿਰ ਵੀ ਵਲੌਗ ਇੱਕ ਬਣਾਵਾਂਗਾ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਉਹ ਵੀ ਇਨਸ਼ਾਅੱਲਾ ਤੁਹਾਨੂੰ ਕੁਰਾਨ ਮਹਿਲ ਵਗੈਰਾ ਉਹ ਵੀ ਦਿਖਾਵਾਂਗਾ। ਅਤੇ ਆਹ ਜਿਹੜੀ ਮਸਜਿਦ ਆ ਖੂਬਸੂਰਤ, ਉਹਦਾ ਤੁਸੀਂ ਨਜ਼ਾਰਾ ਕਰੋ। ਜੀ ਇਹ ਮਨਾਰ ਜਿਹੜਾ ਵਾ ਇਹ ਬਣਾਇਆ ਗਿਆ ਪਹਿਲੀ ਜਿਹੜੀ ਇਸਲਾਮ ਦੀ ਪਹਿਲੀ ਜੰਗ ਹੋਈ ਸੀ ਗਜ਼ਵਾ ਬਦਰ, ਉਹਦੀ ਯਾਦ ਦੇ ਵਿੱਚ। ਉਹਦੇ ਵਿੱਚ ਜਿਹੜੇ ਸਹਾਬਾ ਕਰਾਮ ਨੇ ਹਿੱਸਾ ਲਿਆ ਸੀ 313, ਉਹਨਾਂ ਦੇ ਨਾਮ ਦੇਖੋ ਉੱਤੇ ਲਿਖੇ ਗਏ ਨੇ। ਆ ਮਾਸ਼ਾਅੱਲਾ ਦੇਖੋ ਉਹਨਾਂ ਦੇ ਵਿੱਚ ਸਾਰੇ ਸਹਾਬਾ ਕਰਾਮ 313 ਦੇ ਨਾਮ ਲਿਖੇ ਗਏ ਨੇ। ਉਹਨਾਂ ਦੀ ਯਾਦ ਦੇ ਵਿੱਚ ਇਹ ਮਨਾਰ ਬਣਾਇਆ ਗਿਆ। ਅਤੇ ਇਹਦੇ ਉੱਤੇ ਇੱਕ ਦੁਆ ਲਿਖੀ ਗਈ ਹੈ। ਉਸ ਦੁਆ ਦੇ ਵਿੱਚ ਮੁਸਲਮਾਨਾਂ ਦੇ ਇਕੱਠ ਦੀ ਜਿਹੜੀ ਦੁਆ ਕੀਤੀ ਗਈ ਹੈ ਬਾਬਾ ਜੀ ਵੱਲੋਂ, ਅਤੇ ਉਹ ਦੁਆ ਲਿਖੀ ਗਈ ਹੈ। ਅਤੇ ਆ ਮਾਸ਼ਾਅੱਲਾ ਵੇਖੋ ਕਿੱਡਾ ਪਿਆਰਾ ਮਨਾਰ ਜਿਹੜਾ ਵਾ ਉਹ ਸਹਾਬਾਏ ਗਜ਼ਵਾ ਬਦਰ ਦੇ ਵਾਸਤੇ ਬਣਾਇਆ ਗਿਆ ਸੂਫੀ ਸਾਹਿਬ ਵੱਲੋਂ। ਮਾਸ਼ਾਅੱਲਾ ਇਸ ਮਨਾਰ ਦੀ ਅਹਿਮੀਅਤ ਦਾ ਸਾਨੂੰ ਹੁਣ ਪਤਾ ਲੱਗਾ ਵਾ ਜਦੋਂ ਇਹਨੂੰ ਪੜ੍ਹਿਆ, ਇਹਦੀ ਹਿਸਟਰੀ ਦੇ ਬਾਰੇ ਵਿੱਚ। ਦਾਰੁਲ ਅਹਿਸਾਨ ਮਰਕਜ਼ ਜਿਹੜਾ ਇਹਦਾ ਰਕਬਾ ਕੁੱਲ 8 ਏਕੜ ਆ। ਅਤੇ ਇਹ ਜਿਹੜਾ ਵਾ ਬਾਬਾ ਜੀ ਸੂਫੀ ਬਰਕਤ ਅਲੀ ਸਾਹਿਬ ਦੀ ਜਿਹੜੀ ਇਹ ਵਿਰਾਸਤੀ ਜ਼ਮੀਨ ਆ ਉਹ ਆ। ਇਹਨਾਂ ਨੇ ਆਪਣੀ ਜਿਹੜੇ 8 ਏਕੜ ਸਨ ਵਿਰਾਸਤ ਵਿੱਚ ਜਿਹੜੇ ਇਹਨਾਂ ਨੂੰ ਮਿਲੇ ਸਨ, ਉਹ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੀ ਖਾਤਮੁਨ ਨਬੀਨ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਮਿਲਕ ਨੂੰ ਕਰ ਛੱਡੀ ਸੀ, ਅਤੇ ਉਹਨਾਂ ਦੇ ਨਾਮ ਵਿਰਾਸਤ ਆਪਣੀ ਇੰਤਕਾਲ ਕਰਵਾ ਛੱਡਿਆ ਸੀ। ਮਾਸ਼ਾਅੱਲਾ ਜੀ ਜਿਹੜਾ ਫ੍ਰੀ ਆਈ ਕੈਂਪ ਲੱਗਦਾ ਵਾ ਉਹਦਾ ਲੰਗਰ ਸ਼ਰੀਫ ਜਿਹੜਾ ਇੱਥੇ ਤਿਆਰ ਹੁੰਦਾ ਵਾ, ਅਤੇ ਇੱਥੇ ਸੈਂਕੜੋਂ ਬੰਦੇ ਰੋਜ਼ ਲੰਗਰ ਕਰਦੇ ਨੇ। ਮਾਸ਼ਾਅੱਲਾ ਆਪ ਨੇ ਆਪਣੀ ਜ਼ਿੰਦਗੀ ਦੇ ਵਿੱਚ 10 ਲੱਖ ਮਰੀਦੈਨ ਬਣਾਏ, ਅਤੇ ਜਿਹੜੇ ਹਜੇ ਵੀ ਸੈਂਕੜਾਂ ਅਤੇ ਕਰੋੜਾਂ ਦੀ ਤਾਦਾਦ ਵਿੱਚ ਹੁਣ ਜਿਹੜੇ ਹੋ ਗਏ ਨੇ, ਅਤੇ ਲੱਖਾਂ ਅਤੇ ਕਰੋੜਾਂ ਦੀ ਤਾਦਾਦ ਆ ਉਹਨਾਂ ਦੀ, ਜਿਨ੍ਹਾਂ ਦੇ ਵਿੱਚ ਵਕਤ ਦੇ ਵਜ਼ੀਰ ਆਜ਼ਮ ਨਵਾਜ਼ ਸ਼ਰੀਫ, ਅਤੇ ਉਸ ਤੋਂ ਇਲਾਵਾ ਕਈ ਵਜ਼ਰਾਏ ਆਜ਼ਮ, ਕਈ ਵਜ਼ੀਰ, ਮਸ਼ੀਰ, ਜੱਜ ਸਾਹਿਬਾਨ, ਕਈ ਮਸ਼ਹੂਰ ਹਸਤੀਆਂ ਜਿਹੜੀਆਂ ਉਹਨਾਂ ਦੇ ਕੋਲ ਹਾਜ਼ਰ ਹੁੰਦੀਆਂ ਰਹੀਆਂ ਨੇ। ਮਾਸ਼ਾਅੱਲਾ ਇੱਥੇ ਹਰ ਸਾਲ ਮੇਰੇ ਖਿਆਲ ਨਾਲ ਸਾਲ ਦੇ ਵਿੱਚ 2 ਦਫਾ ਜਿਹੜਾ ਵਾ ਉਹ ਫ੍ਰੀ ਆਈ ਕੈਂਪ ਲੱਗਦਾ ਵਾ, ਅਤੇ ਉਸ ਫ੍ਰੀ ਆਈ ਕੈਂਪ ਦੇ ਵਿੱਚ ਤਕਰੀਬਨ 20,000 ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ। ਫ੍ਰੀ ਅੱਖਾਂ ਦਾ ਉਹਨਾਂ ਦਾ ਆਪਰੇਸ਼ਨ ਹੁੰਦਾ ਵਾ, ਅਤੇ ਰੋਜ਼ਾਨਾ ਜਿਹੜੇ ਸੈਂਕੜੋਂ ਮਰੀਜ਼ ਨੇ ਫੈਜ਼ਯਾਬ ਹੁੰਦੇ ਨੇ ਇੱਥੇ ਜਦੋਂ ਫ੍ਰੀ ਆਈ ਕੈਂਪ ਲੱਗਦਾ ਵਾ। ਉਸ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੋਂ ਫੈਜ਼ਯਾਬ ਹੁੰਦੇ ਨੇ, ਅਤੇ ਹੁਣ ਵੀ ਇਹ ਫੈਜ਼ ਦਾ ਸਿਲਸਿਲਾ ਜਾਰੀ ਆ। ਆਪ ਨੇ ਆਪਣੀ ਜ਼ਿੰਦਗੀ ਦੇ ਵਿੱਚ 40 ਦਫਾ ਹਿਜਰਤ ਕੀਤੀ। ਆਪ ਨੇ ਅੱਲਾ ਦੇ ਹੁਕਮ ਦੇ ਨਾਲ 1984 ਦੇ ਵਿੱਚ ਦਾਰੁਲ ਅਹਿਸਾਨ ਤੋਂ ਹਿਜਰਤ ਕਰਕੇ
ਫੈਸਲਾਬਾਦ ਦੇ ਨਵਾਹੀ ਇਲਾਕਾ ਦਸੂਆ ਸਮੁੰਦਰੀ ਰੋਡ ਦੇ ਉੱਤੇ ਆਪ ਹਿਜਰਤ ਕਰਕੇ ਚਲੇ ਗਏ ਤੇ ਆਪ ਨੇ ਉੱਥੇ ਹੀ 86 ਸਾਲ ਦੀ ਉਮਰ ਦੇ ਵਿੱਚ ਜਿਹੜਾ ਪਰਦਾ ਫਰਮਾਇਆ। 26 ਜੂਨ 1997 ਦੇ ਵਿੱਚ ਆਪ ਨੇ ਪਰਦਾ ਫਰਮਾਇਆ ਤੇ ਆਪ ਦਾ ਮਜ਼ਾਰ ਹੁਣ ਜਿਹੜਾ ਦਾਲੋਵਾਲ ਉਹਨੂੰ ਕਿਹਾ ਜਾਂਦਾ ਵਾ ਉੱਥੇ ਮੌਜੂਦ ਆ। ਤੇ ਆਪ ਨੇ ਆਪਣੇ ਸੋਗਵਾਨ ਵਿੱਚ 5 ਬੱਚੇ ਛੱਡੇ, ਜਿਨ੍ਹਾਂ ਵਿੱਚ ਇੱਕ ਬੇਟਾ ਸੀ ਜਿਨ੍ਹਾਂ ਦਾ ਮੀਆਂ ਮੁਹੰਮਦ ਅਨਵਰ ਨਾਮ ਸੀ ਤੇ ਕਰੋੜਾਹਾ ਮਰੀਦੈਨ ਜਿਹੜੇ ਨੇ ਉਹ ਨੇ। ਬੇਸ਼ੱਕ ਆਪ ਇਸ ਸਦੀ ਦੇ ਜਿਹੜੇ ਵਲੀ ਅੱਲਾ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਤੇ ਮੇਰੇ ਕੋਲ ਕੋਈ ਗਲਤੀ ਕਤਾਈ ਹੋ ਗਈ ਤੇ ਮੈਨੂੰ ਮਾफ़ ਕਰਿਓ। ਤੇ ਮੇਰੀ ਅਗਰ ਵੀਡੀਓ ਚੰਗੀ ਲੱਗੀ ਤੇ ਕਮੈਂਟ ਲਾਜ਼ਮੀ ਕਰਿਓ। ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ ਵੀਡੀਓ ਦੇਖਣ ਦਾ।